ਬਾਬੇ ਨਾਨਕ ਨੇ ਕਿਹਾ ਸੀ, ਕਿਵ ਸਚਿਆਰਾ ਹੋਈਏ, ਕਿਵ ਕੂੜੈ ਟੁੱਟੈ ਪਾਲ। ਕੂੜ ਦੀ ਪਾਲ ਕਿਵੇਂ ਟੁੱਟੇ ਤਾਂ ਕਿ ਸੱਚ ਦੇ ਨਾਲ ਇੱਕ ਹੋ ਸਕੀਏ। ਤੇ ਕੂੜ ਦੀ ਪਾਲ ਹੈ ਕਿ ਕੂੜ ਦੀ ਪਾਲ ਕੂੜ ਦੀ ਵਿਚਾਰਧਾਰਾ ਤੋਂ ਬਣੀ ਹੋਈ ਹੈ, ਕੂੜ ਦੀ ਯਾਦ ਤੋਂ ਬਣੀ ਹੋਈ ਹੈ, ਕੂੜ ਦੇ ਚੇਤੇ ਤੋਂ ਬਣੀ ਹੋਈ। ਕੂੜ ਕੀ ਹੈ? ਕੂੜ ਰਾਜਾ ਕੂੜ, ਪਰਜਾ ਕੂੜ, ਸਭ ਸੰਸਾਰ। ਇਹ ਵੀ ਕਿਹਾ ਹੈ ਬਾਬੇ ਨਾਨਕ ਨੇ, ਕੂੜ ਦੀ ਪਰਿਭਾਸ਼ਾ ਵੀ ਕੀਤੀ। ਤੇ ਸੰਸਾਰ ਦੀ ਯਾਦ ਜਿਹੜੀ ਹੈ, ਸੰਸਾਰ ਦਾ ਚੇਤਾ ਜਿਹੜਾ ਹੈ, ਸੰਸਾਰ ਦੀ ਸਿਮਰਤੀ ਹੈ ਜਿਹੜੀ, ਇਹਦੇ ਦੁਆਰਾ ਜੋ ਪਰਮਾਤਮਾ ਦੀ ਸਿਮਰਤੀ ਸੀ ਉਹ ਟੱਕ ਹੋ ਗਈ। ਇਹ ਵਿਚਾਲੇ ਆ ਗਈ ਸੰਸਾਰ ਦੀ ਸਿਮਰਤੀ, ਸੰਸਾਰ ਦੀ ਯਾਦ, ਸੰਸਾਰ ਦੀ ਵਿਚਾਰਧਾਰਾ। ਭਾਵ ਕਿ ਉਹ ਜੋ ਪਰਮਾਤਮਾ ਰੂਪੀ ਹੀਰਾ ਹੈ ਨਾ, ਉਹ ਤੁਹਾਡੇ ਅੰਦਰ ਹੈ ਹੀ, ਪਰ ਉਹਦੇ ਉੱਪਰ ਬਹੁਤ ਸਾਰਾ ਕਚਰਾ ਪੈ ਗਿਆ। ਹੀਰਾ ਥੱਲੇ ਦੱਬ ਹੋ ਗਿਆ। ਇਹੋ ਹੀ ਕਿਹਾ ਹੈ ਨਾ, ਜਿੰਨੇ ਵੀ ਜਾਣਿਆ ਹੈ ਵੀ ਉਹ ਅੰਦਰ ਹੀ ਹੈ, ਅੰਦਰ ਤੇਰੇ ਨਿਦਾਨ। ਕਿਸੇ ਨੇ ਕਿਹਾ ਹੈ, ਕਿਸੇ ਨੇ ਹੀਰਾ ਕਿਹਾ ਹੈ, ਕਿਸੇ ਨੇ ਨੂੰ ਪਰਮਾਤਮਾ ਕਿਹਾ ਹੈ, ਕਿਸੇ ਨੇ ਅੱਲਾ ਕਿਹਾ ਹੈ। ਤੁਹਾਡੇ ਅੰਦਰ ਇਹੀ ਹੈ, ਪਰ ਉਹਦੇ ਉੱਪਰ ਸੰਸਾਰ ਦੀ ਵਿਚਾਰਧਾਰਾ ਜੀ ਮੈਲ, ਸੰਸਾਰ ਦੀ ਯਾਦ ਦੀ, ਸੰਸਾਰ ਦੇ ਚਿੰਤਨ ਦੀ, ਸੰਸਾਰ ਦੀ ਸਿਮਰਤੀ ਦੀ ਉਹ ਮੈਲ ਚੜ੍ਹ ਗਈ। ਉਹਨੂੰ ਹੀ ਮੈਲ ਕਿਹਾ ਹੈ। ਜਨਮ ਜਨਮ ਕਿਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆ। ਕਿਸੇ ਨੇ ਆਵਰਣ ਕਿਹਾ ਹੈ, ਪਰਦਾ ਕਿਹਾ ਹੈ। ਬਾਬੇ ਨਾਨਕ ਨੇ ਕੂੜ ਦੀ ਕੰਧ ਕਿਹਾ ਹੈ। ਕੂੜ ਨੂੰ ਯਾਦ ਕਰ ਕਰਕੇ, ਚੇਤੇ ਕਰ ਕਰਕੇ ਉਹ ਵਿਚਾਰਧਾਰਾ ਤੁਹਾਡੇ ਅੰਦਰ ਅੱਠੇ ਪਹਿਰ ਚੱਲ ਰਹੀ ਹੈ। ਤੇ ਹੁਣ ਇਹ ਜਿਹੜੀ ਸੰਸਾਰ ਦੀ ਵਿਚਾਰਧਾਰਾ ਹੈ, ਸੰਸਾਰ ਦੀ ਯਾਦ ਹੈ, ਉਹ ਅੰਦਰ ਚੱਲ ਰਹੀ ਹੈ ਅੱਠੇ ਪਹਿਰ। ਤੇ ਹੁਣ ਆਮ ਸਧਾਰਨਤਾ ਹੈ, ਧਾਰਮਿਕ ਲੋਕ ਕਹਿੰਦੇ ਹਨ ਕਿ ਪਰਮਾਤਮਾ ਨੂੰ ਯਾਦ ਕਰੋ। ਹੁਣ ਪਰਮਾਤਮਾ ਯਾਦ ਤੇ ਆਉਂਦਾ ਨਹੀਂ ਹੈ। ਪਹਿਲੀ ਗੱਲ ਤੇ ਉਹਦਾ ਰੂਪ ਰੰਗ ਚੱਕਰ ਚਿਹਨ ਦਾ ਹੀ ਨਹੀਂ ਪਤਾ ਹੈ, ਤੁਹਾਨੂੰ ਖਿਆਲ ਹੀ ਨਹੀਂ, ਕਰੋਗੇ ਕਿਵੇਂ? ਫਿਰ ਉਹ ਜਦੋਂ ਕਹਿੰਦੇ ਹਨ ਜ਼ੋਰ ਜ਼ੋਰ ਦੀ ਜਪੋ, ਤੇ ਉਹਦੇ ਦੁਆਰਾ ਸੰਸਾਰ ਦੀ ਯਾਦ ਭੁੱਲਦੀ ਹੈ, ਸੰਸਾਰ ਦਾ ਚੇਤਾ ਭੁੱਲਦਾ ਹੈ। ਜ਼ਿਆਦਾਤਰ ਵਿਧੀਆਂ ਐਸੀਆਂ ਹੀ ਹਨ। ਜ਼ਬਰਦਸਤੀ ਲੋਕ ਭੁਲਾਉਂਦੇ ਹਨ ਚੇਤਾ ਸੰਸਾਰ ਦਾ, ਪਰ ਜ਼ਬਰਦਸਤੀ ਭੁਲਾਉਣ ਨਾਲ ਸੰਸਾਰ ਦਾ ਚੇਤਾ ਭੁੱਲਦਾ ਨਹੀਂ। ਜਿੰਨਾ ਚਿਰ ਸੰਸਾਰ ਨੂੰ ਵਿਅਰਥ ਨਾ ਜਾਣ ਲਵੇ, ਅਸਾਰ ਨਾ ਜਾਣ ਲਵੇ, ਅਸਤ ਨਾ ਜਾਣ ਲਵੇ, ਉਹਨਾਂ ਚਿਰ ਸੰਸਾਰ ਵਾਰ-ਵਾਰ ਚੇਤੇ ਆਉਂਦਾ ਹੈ। ਹੁਣ ਜਿਨ੍ਹਾਂ ਦੇ ਅੰਦਰ ਸੰਸਾਰ ਦੀ ਜੇ ਇੱਛਾ ਹੈ, ਚਾਹਤ ਹੈ ਭੋਗਣ ਦੀ, ਕਈ ਕੰਮ ਕਰਨੇ ਹਨ, ਕਈ ਕੁਛ ਬਣਾਉਣਾ ਹੈ, ਕਈ ਕੁਛ ਹੋਣਾ ਹੈ। ਨੌਜਵਾਨਾਂ ਦੀਆਂ ਬਹੁਤ ਇੱਛਾਵਾਂ ਹੁੰਦੀਆਂ ਹਨ, ਤੋ ਸੰਸਾਰ ਦੀ ਯਾਦ ਨਹੀਂ ਭੁਲਾ ਸਕਦੇ। ਸੰਸਾਰ ਦਾ ਚਿੰਤਨ ਤਾਂ ਚੱਲਦਾ ਹੀ ਰਹੇਗਾ। ਤੋ ਚਿੰਤਨ ਚੱਲਦੇ ਦੇ ਵਿੱਚ ਪਰਮਾਤਮਾ ਦੀ ਯਾਦ ਨਹੀਂ ਨਾ ਆਵੇਗੀ। ਉਹ ਤਾਂ ਇਉਂ ਹੀ ਹੈ ਜਿਵੇਂ ਤੁਹਾਨੂੰ ਕਿਹਾ ਜਾਵੇ ਵੀ ਤੁਸੀਂ ਖੁਦ ਨੂੰ ਯਾਦ ਕਰੋ। ਆਪਣੇ ਆਪ ਨੂੰ ਯਾਦ ਕਰੋ।
ਤੁਸੀਂ ਕਹੋਗੇ ਆਪਣੇ ਆਪ ਨੂੰ ਯਾਦ ਕਿਵੇਂ ਕਰੀਏ? ਯਾਦ ਆਪਣੇ ਆਪ ਤੇ ਹੈ ਹੀ ਆ ਸਨ, ਵੀ ਯਾਦ ਹੈ ਆਪਣੇ ਆਪੇ ਦਾ, ਤਾਂ ਹੀ ਅਸੀਂ ਬਾਹਰ ਨੂੰ ਵੀ ਯਾਦ ਕਰ ਪਾਉਂਦੇ ਹਾਂ। ਅਗਰ ਤੁਹਾਨੂੰ ਆਪਣਾ ਆਪਾ ਵੀ ਯਾਦ ਨਾ ਹੋਵੇ, ਤੁਸੀਂ ਬਾਹਰ ਦੀ ਯਾਦ ਕਿਵੇਂ ਕਰ ਸਕਦੇ? ਹਾਂ, ਆਪਣੇ ਆਪ ਤੋਂ ਤੁਸੀਂ ਬਾਹਰ ਦੂਰ ਚਲੇ ਜਾਂਦੇ ਹੋ ਸੰਸਾਰ ਨੂੰ ਯਾਦ ਕਰਕੇ, ਪਰ ਆਪਣੇ ਆਪ ਨੂੰ ਭੁੱਲਦੇ ਥੋੜ੍ਹੀ। ਕਈ ਵਾਰ ਤੁਸੀਂ ਬਹੁਤ ਦੂਰ ਖਿਆਲਾਂ ਦੇ ਵਿੱਚ ਉਲਝ ਜਾਂਦੇ ਹੋ, ਦੂਰ ਚਲੇ ਜਾਂਦੇ ਆਪਣੇ ਆਪ ਨੂੰ। ਤੁਹਾਡੇ ਆਲੇ ਦੁਆਲੇ ਦਾ ਕੁਛ ਨਹੀਂ ਪਤਾ ਹੁੰਦਾ ਤੁਹਾਨੂੰ, ਕੋਈ ਬੈਠਾ ਹੈ ਜਾਂ ਕੋਈ ਗੱਲ ਕਰ ਰਿਹਾ ਹੈ, ਤੁਹਾਡਾ ਧਿਆਨ ਦੂਰ ਲੱਗਾ ਹੋਇਆ ਹੈ, ਦੂਰ ਚਲੇ ਕੇ ਤੁਸੀਂ ਆਪਣੇ ਆਪ, ਫਿਰ ਵੀ ਤੁਸੀਂ ਆਪਣੇ ਆਪ ਨੂੰ ਖਿਆਲ ਵਿੱਚ ਰੱਖ ਕੇ ਦੂਰ ਗਏ ਹੋ, ਅਤੇ ਆਪਣੇ ਆਪੇ ਨਾਲ ਵੀ ਤੁਹਾਡਾ ਇੱਕ ਛੋਟਾ ਜਿਹਾ ਸੂਤਰ ਜੁੜਿਆ ਰਹੇਗਾ, ਯਾਦ ਜੁੜੀ ਰਹੇਗੀ, ਕਿਉਂ ਉਹਦੇ ਦੁਆਰਾ ਹੀ ਤੁਸੀਂ ਬਾਹਰ ਗਏ ਹੋ। ਅਗਰ ਤੁਹਾਨੂੰ ਕੋਈ ਕੋਲੇ ਬੈਠਾ ਹੋਇਆ ਹਿਲਾ ਦੇਵੇ, ਥੋੜ੍ਹਾ ਜਿਹਾ ਆਵਾਜ਼ ਕਰ ਦੇਵੇ, ਤੁਸੀਂ ਇੱਕਦਮ ਚੌਂਕ ਕੇ ਦੇਖੋਗੇ ਵੀ ਮੈਨੂੰ ਖਿਆਲ ਹੀ ਨਹੀਂ ਸੀ, ਮੈਂ ਕਿਤੇ ਦੂਰ ਵਿਚਾਰਾਂ ਦੇ ਵਿੱਚ ਖੋ ਗਿਆ, ਪਤਾ ਨਹੀਂ ਲੱਗਾ। ਪਰ ਪਤਾ ਲੱਗਾ, ਹਿਲਾਇਆ ਗਿਆ ਜਾਂ ਆਵਾਜ਼ ਕੀਤੀ ਗਈ, ਫਿਰ ਵੀ ਤੁਸੀਂ ਜੁੜੇ ਸੀ ਆਪਣੇ ਮੈਂ ਦੇ ਨਾਲ, ਆਪਣੀ ਯਾਦ ਦੇ ਨਾਲ, ਤਾਂ ਹੀ ਖਿਆਲ ਆਇਆ। ਇਹਦਾ ਮਤਲਬ ਪੂਰਨ ਤੌਰ 'ਤੇ ਤੁਸੀਂ ਆਪਣੇ ਆਪ ਨੂੰ ਭੁੱਲਦੇ ਨਹੀਂ, ਮੈਂ ਨੂੰ ਭੁੱਲਦੇ ਨਹੀਂ ਹੋ ਪੂਰਨ ਤੌਰ 'ਤੇ। ਮੈਂ ਤੋਂ ਦੂਰ ਚਲੇ ਜਾਂਦੇ, ਧੁੰਦਲੀ ਹੋ ਜਾਂਦੀ ਹੈ ਮੈਂ ਦੀ ਸਿਮਰਤੀ। ਅਤੇ ਮੈਂ ਦੀ ਸਿਮਰਤੀ ਧੁੰਦਲੀ ਕਿਵੇਂ ਹੁੰਦੀ ਹੈ? ਵਿਚਾਰ ਦੀ ਸੰਸਾਰ ਦੀ ਵਿਚਾਰ ਦੀ ਸਿਮਰਤੀ ਕਰਕੇ। ਖਿਆਲ ਵਿੱਚ ਰੱਖੋ, ਜਿੰਨਾ ਤੁਸੀਂ ਸੰਸਾਰ ਵੱਲ ਜ਼ਿਆਦਾ ਸੋਚੋਗੇ, ਉਨੀ ਹੀ ਮੈਂ ਦੀ ਸਿਮਰਤੀ ਧੁੰਦਲੀ ਹੁੰਦੀ ਜਾਂਦੀ ਹੈ, ਤੁਸੀਂ ਆਪਣੇ ਆਪ ਤੋਂ ਦੂਰ ਜਾਂਦੇ। ਫਿਰ ਤੁਹਾਨੂੰ ਕਿਹਾ ਜਾਵੇ ਵੀ ਪੂਰਾ ਹੀ ਆਪਣੇ ਆਪੇ ਦਾ ਖਿਆਲ ਰੱਖੋ, ਆਪਣੇ ਕੋਲ ਰਹੋ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ, ਅਤੇ ਫਿਰ ਤੁਸੀਂ ਬਾਹਰ ਜਿਹੜਾ ਦੂਰ ਦੀ ਸੋਚ ਰਹੇ ਹੋ ਨਾ, ਉਹ ਨਾ ਸੋਚੋਗੇ, ਤਾਂ ਹੀ ਆਪਣੇ ਕੋਲ ਰਹੋਗੇ ਨਾ, ਤਾਂ ਹੀ ਆਪਣੀ ਯਾਦ ਵੀ ਮਾੜੀ ਮੋਟੀ ਰੱਖ ਪਾਓ। ਕਈ ਕਹਿੰਦੇ ਹੁੰਦੇ ਆ ਨਾ, ਆਪਣਾ ਖਿਆਲ ਰੱਖੋ, ਦੂਸਰਿਆਂ ਬਾਰੇ ਨਾ ਸੋਚੋ। ਉਹ ਕਹਿੰਦੇ ਹੀ ਹਨ, ਪਰ ਉਹ ਵੀ ਨਹੀਂ ਰੱਖ ਪਾਉਂਦੇ ਹਨ ਆਪਣਾ ਖਿਆਲ, ਕਿਉਂਕਿ ਆਦਤ ਬਣ ਗਈ ਨਾ ਦੂਰ ਦੀ ਸੋਚਣ ਦੀ, ਦੂਸਰਿਆਂ ਬਾਰੇ ਸੋਚਣ ਦੀ, ਆਪਣਿਆਂ ਬਾਰੇ ਸੋਚਣ ਦੀ, ਪਰਾਇਆਂ ਬਾਰੇ ਸੋਚਣ ਦੀ। ਕਈ ਖਬਰਾਂ ਹੀ ਸੋਚੀ ਜਾਂਦੇ ਹਨ, ਦੂਰ ਦੀ ਸੋਚਣ ਦੀ ਆਦਤ ਬਣ, ਆਦਮੀ ਸੋਚੀ ਜਾਂਦਾ ਦੂਰ। ਆਪਣੇ ਕੋਲੇ ਰਹਿਣਾ ਥੋੜ੍ਹਾ ਜਿਹਾ ਕਈਆਂ ਨੂੰ ਔਖਾ ਹੈ। ਕਿਉਂ ਹੈ? ਕਿਉਂਕਿ ਆਪਣੀਆਂ ਕਮਜ਼ੋਰੀਆਂ, ਆਪਣੀਆਂ ਪਰੇਸ਼ਾਨੀਆਂ ਬਹੁਤ ਹਨ, ਇਸ ਕਰਕੇ ਆਪਣੇ ਕੋਲ ਵੀ ਕਈ ਨਹੀਂ ਰਹਿਣਾ ਚਾਹੁੰਦੇ ਹਨ। ਪਰ ਜਿਹੜਾ ਆਪਣੇ ਕੋਲ ਨਹੀਂ ਰਹਿਣਾ ਚਾਹੁੰਦਾ ਹੈ, ਆਪਣੇ ਕੋਲ ਨਹੀਂ ਆਉਂਦਾ ਹੈ, ਉਹ ਆਪਣੇ ਅੰਦਰ ਵੀ ਪ੍ਰਵੇਸ਼ ਨਹੀਂ ਨਾ ਕਰ ਸਕਦਾ। ਉਹ ਗਹਿਰੀ ਯਾਦ ਵਿੱਚ ਕਿਵੇਂ ਜਾਵੇਗਾ? ਇਉਂ ਸਮਝ ਲਓ, ਜਿਹੜਾ ਮੈਂ ਨੂੰ ਨਹੀਂ ਯਾਦ ਕਰ ਸਕਦਾ, ਉਹ ਸਮੱਗਰ ਮੈਂ ਦੇ ਵਿੱਚ ਕਿਵੇਂ ਜਾਵੇਗਾ? ਪਹਿਲਾਂ ਤੂੰ ਮੈਂ ਵੱਲ ਆਉਣਾ ਹੈ, ਫਿਰ ਮੈਂ ਤੂੰ ਸਮੱਗਰ ਮੈਂ ਵੱਲ ਜਾਣਾ ਹੈ। ਇਹਨੂੰ ਥੋੜ੍ਹਾ ਜਿਹਾ ਤਵੱਜੋ ਦੇ ਕੇ ਸਮਝਣ ਦੀ ਕੋਸ਼ਿਸ਼ ਕਰੋ। ਵੈਸੇ ਜ਼ਿਆਦਾਤਰ ਇਉਂ ਹੀ ਹੁੰਦਾ ਹੈ ਵੀ ਕਹਿਣ ਵਾਲਾ ਕਹਿ ਕੇ ਚਲੇ ਜਾਂਦਾ ਹੈ ਸੰਸਾਰ ਤੋਂ, ਅਤੇ ਬਹੁਤ ਸਮੇਂ ਬਾਅਦ ਲੋਕ ਸਮਝ ਪਾਉਂਦੇ ਹਨ ਉਹਦੀ ਗੱਲ ਨੂੰ, ਕਿਉਂਕਿ ਉਸ ਵਕਤ ਬਹੁਤ ਘੱਟ ਹੁੰਦੇ ਹਨ ਉਹਦੀ ਗੱਲ ਨੂੰ ਸਮਝਣ ਵਾਲੇ। ਪਰ ਫਿਰ ਵੀ ਭਾਵੇਂ ਘੱਟ ਹਨ, ਅਤੇ ਉਹ ਗੱਲ ਜ਼ਰੂਰ ਕਰਦੇ ਹਨ, ਭਾਵੇਂ ਇੱਕ ਹੀ ਸਮਝਣ ਵਾਲਾ ਕਿਉਂ ਨਾ ਹੋਵੇ। ਵੀ ਸਮੱਗਰ ਮੈਂ ਤੋਂ ਤੁਹਾਡੀ ਮੈਂ ਪੈਦਾ ਹੋਈ ਹੈ, ਭਾਵ ਕਿ ਸਾਗਰ ਦੇ ਉੱਪਰ ਤੁਹਾਡੀ ਲਹਿਰ ਪੈਦਾ ਹੋਈ ਹੈ, ਮੈਂ ਰੂਪੀ ਲਹਿਰ। ਮੈਂ ਰੂਪੀ ਲਹਿਰ ਤੋਂ ਤੁਸੀਂ ਹੋਰ ਲਹਿਰਾਂ ਦੇ ਉੱਪਰ ਯਾਤਰਾ ਕੀਤੀ ਹੈ, ਮੇਰੀਆਂ ਲਹਿਰਾਂ ਦੇ ਉੱਪਰ। ਆ ਵੀ ਮੇਰੀ ਲਹਿਰ, ਆ ਵੀ ਮੇਰੀ ਲਹਿਰ, ਆ ਵੀ ਮੇਰੀ ਲਹਿਰ, ਆ ਵੀ ਮੇਰੀ ਲਹਿਰ, ਆ ਮੇਰਾ ਬੱਚਾ, ਆ ਮੇਰੀ ਧੀ, ਆ ਮੇਰੀ ਪਤਨੀ, ਆ ਮੇਰਾ
ਪਿਤਾ, ਮੇਰੀ ਮਾਤਾ, ਹੋਰ ਲਹਿਰਾਂ ਦੇ ਉੱਪਰ ਤੁਸੀਂ ਯਾਤਰਾ ਕੀਤੀ। ਆ ਮੇਰਾ ਧਰਮ, ਆ ਮੇਰਾ ਮਜ਼ਹਬ, ਆ ਮੇਰੇ ਆਪਣੇ ਲੋਕ, ਆ ਮੇਰੇ ਪਰਾਏ ਲੋਕ। ਤੁਸੀਂ ਹੋਰ ਲਹਿਰਾਂ ਦੇ ਉੱਪਰ ਯਾਤਰਾ ਕਰਨ ਲੱਗ ਗਏ। ਮੈਂ ਤੋਂ ਪਹਿਲਾਂ ਮੈਂ ਹਾਂ, ਮੇਰੇ ਵਰਗਾ ਕੋਈ ਨਹੀਂ ਹੈ, ਮੇਰੇ ਵਰਗੀ ਲਹਿਰ ਕੋਈ ਨਹੀਂ ਹੈ। ਲਹਿਰ ਨੂੰ ਬੜਾ ਮਾਣ ਹੁੰਦਾ ਹੈ ਨਾ, ਉਹ ਤੰਗ ਉੱਠੀ ਹੈ, ਸਾਗਰ ਦੇ ਉੱਪਰ ਟਕਰਾਉਂਦੀ ਹੈ, ਜਾ ਕੇ ਦੂਰ ਤੱਕ ਜਾਂਦੀ, ਤੁਹਾਨੂੰ ਮਾਣ ਹੋ ਜਾਂਦਾ ਮੇਰੇ ਵਰਗੀ ਦੇਖੋ ਮਹਾਨ ਲਹਿਰ, ਮੇਰੇ ਵਰਗਾ ਕੋਈ ਨਹੀਂ। ਉਸ ਤੋਂ ਫਿਰ ਅੱਗੇ ਹੋਰ ਮੇਰਿਆਂ ਦੇ ਉੱਪਰ ਉਹ ਫੈਲ ਗਿਆ ਧਿਆਨ, ਮੈਂ ਤੋਂ ਫੈਲਿਆ ਨਾ। ਫਿਰ ਦੁਬਾਰਾ ਅਗਰ ਤੁਸੀਂ ਵਾਪਸ ਆਉਣਾ ਹੈ ਤਾਂ ਪਹਿਲਾਂ ਮੇਰਿਆਂ ਤੋਂ ਧਿਆਨ ਹਟਾਉਣਾ ਪਵੇਗਾ, ਬਾਹਰੋਂ ਹੀ ਹਟਾਉਣਾ ਪਵੇਗਾ ਨਾ। ਮੇਰਿਆਂ ਤੋਂ ਹਟਾਓਗੇ, ਮੈਂ ਵੱਲ ਆਓਗੇ, ਇੱਕ ਲਹਿਰ ਵੱਲ, ਆਪਣੀ ਲਹਿਰ ਵੱਲ ਆਓਗੇ, ਮੈਂ ਵਾਲੀ। ਉਹ ਫਿਰ ਲਹਿਰ ਜਿਹੜੀ ਮੈਂ ਵਾਲੀ ਹੈ, ਉਹ ਤੋਂ ਵੀ ਫਿਰ ਗਹਿਰੇ ਜਦੋਂ ਡੁਬਕੀ ਮਾਰੋਗੇ, ਫਿਰ ਤੁਹਾਨੂੰ ਉਹ ਸਮੱਗਰ ਦੀ ਜਿਹੜੀ ਮੈਂ ਹੈ, ਇਹ ਵੀ ਕਹਿ ਰਿਹਾ ਹਾਂ ਤੁਹਾਨੂੰ ਸਮਝਾਉਣ ਵਾਸਤੇ, ਉੱਥੇ ਮੈਂ ਤਾਂ ਹੈ ਹੀ ਕੋਈ ਨਹੀਂ, ਪਰ ਫਿਰ ਵੀ ਤੁਹਾਡੇ ਖਿਆਲ ਵਿੱਚ ਆ ਸਕੇ ਉਹ ਜੋ ਸਮੱਗਰ ਮੈਂ ਹੈ, ਉਹਦੇ ਵਿੱਚ ਪ੍ਰਵੇਸ਼ ਕਰਨਾ ਹੈ। ਮੈਂ ਤੋਂ ਹੀ ਹੋਵੇਗਾ, ਨਿਜਤਾ ਤੋਂ ਹੀ ਹੋਵੇਗਾ। ਇਸੇ ਕਰਕੇ ਕਹਿੰਦੇ ਨਾ ਨਿਜਤਾ ਆਪਣੇ ਕੋਲ। ਕਈ ਇਉਂ ਸਾਧਨਾ ਦੱਸਦੇ ਰਹੇ ਹਨ, ਮੈਂ ਕੌਣ ਹਾਂ ਇਹ ਖੋਜੋ। ਉਹ ਵੀ ਖਿਆਲ ਇਹੋ ਹੀ ਹੈ ਵੀ ਆਪਣੇ ਕੋਲ ਆ ਜਾਓਗੇ, ਆਪਣੇ ਅੰਦਰ ਚਲੇ ਜਾਓਗੇ, ਫਿਰ ਗਹਿਰਾਈ ਦੇ ਵਿੱਚ ਤੁਸੀਂ ਡੁਬਕੀ ਮਾਰ ਸਕਦੇ ਹੋ। ਸਮੱਗਰ ਮੈਂ ਅਤੇ ਸਮੱਗਰ ਮੈਂ ਵੱਲੋਂ ਆਉਣ ਵਾਸਤੇ ਪਹਿਲਾਂ ਬਾਹਰ ਜੋ ਮੇਰੇ ਹਨ, ਮੇਰੀ ਧਾਰ ਬੰਧਨ ਬੰਦੇ ਆ, ਉਹਨਾਂ ਨਾਲ ਬੰਦੇ ਹੋਏ ਹੋ ਤੁਸੀਂ, ਅਤੇ ਉਹ ਮੇਰੇ ਦੇ ਸੰਬੰਧ ਨੂੰ ਤੋੜਨਾ ਹੈ। ਪਹਿਲਾਂ ਜਦੋਂ ਮੇਰੇ ਦੇ ਸੰਬੰਧ ਸਾਰੇ ਹੀ ਟੁੱਟ ਜਾਂਦੇ, ਸਾਰੇ ਮੇਰੇ ਵੱਲੋਂ ਧਿਆਨ ਹਟ ਜਾਂਦਾ ਹੈ ਨਾ, ਫਿਰ ਮੈਂ ਦਾ ਖਿਆਲ ਆਉਂਦਾ ਹੈ, ਮੈਂ ਕੌਣ ਹਾਂ, ਫਿਰ ਹੀ ਪਤਾ ਲੱਗਦਾ। ਅਤੇ ਫਿਰ ਅਗਲੀ ਗੱਲ ਦਾ ਵੀ ਪਤਾ ਲੱਗ ਜਾਂਦਾ ਵੀ ਮੈਂ ਤਾਂ ਹੈ ਹੀ ਨਹੀਂ ਇੱਥੇ, ਇੱਥੇ ਤਾਂ ਇੱਕੋ ਹੀ ਹੈ। ਹੁਣ ਧਾਰਮਿਕ ਲੋਕ ਜਿਹੜੇ ਹਨ ਨਾ, ਇਸ ਗੱਲ ਨੂੰ ਸਮਝਣਗੇ ਨਹੀਂ, ਭਾਵੇਂ ਤੁਸੀਂ ਇਹ ਰਿਕਾਰਡਿੰਗ ਸੁਣਾ ਵੀ ਦਿਓ। ਉਹ ਸੋਚਦੇ ਹਨ ਵੀ ਇਹ ਤਿਆਗ ਦਾ ਮਾਰਗ ਦੱਸ ਰਹੇ ਹਨ, ਵੀ ਬਾਬਾ ਨਾਨਕ ਨੇ ਤਿਆਗ ਦਾ ਮਾਰਗ ਥੋੜ੍ਹੀ ਦੱਸਿਆ ਸੀ ਕਿ ਸੰਸਾਰ ਨੂੰ ਤਿਆਗ ਦਿਓ, ਸੰਸਾਰ ਵੱਲੋਂ ਧਿਆਨ ਹਟਾ ਦਿਓ। ਵੀ ਇਹ ਯੋਗ ਦਾ ਮਾਰਗ ਦੱਸ ਰਹੇ ਹਨ। ਪਰ ਨਹੀਂ, ਜੋ ਬਾਬੇ ਨਾਨਕ ਨੇ ਉਸ ਸਮੇਂ ਦੱਸਿਆ ਸੀ ਨਾ, ਉਹੋ ਹੀ ਮੈਂ ਦੱਸ ਰਿਹਾ ਹਾਂ। ਪਰ ਉਹਨਾਂ ਨੇ ਉਸ ਸਮੇਂ ਦੱਸਿਆ ਸੀ, ਅਤੇ ਉਸ ਸਮੇਂ ਦੇ ਮੁਤਾਬਕ ਦੱਸਿਆ ਸੀ। ਅਤੇ ਮੈਂ ਹੁਣ ਦੱਸ ਰਿਹਾ ਹਾਂ ਇਸ ਸਮੇਂ ਦੇ ਮੁਤਾਬਕ। ਸਿਰਫ ਸ਼ਬਦਾਂ ਦਾ ਹੀ ਭਿੰਨ ਭੇਦ ਹੈ ਵੀ ਪਰਮਾਤਮਾ ਨੂੰ ਤੁਸੀਂ ਯਾਦ ਨਹੀਂ ਕਰ ਸਕਦੇ ਹੋ, ਚੇਤੇ ਨਹੀਂ ਕਰ ਸਕਦੇ ਹੋ ਪਰਮਾਤਮਾ ਨੂੰ ਉਹਨਾਂ ਚਿਰ, ਜਿੰਨਾ ਚਿਰ ਤੁਸੀਂ ਸੰਸਾਰ ਦੀ ਯਾਦ ਤੋਂ ਮੁਕਤ ਨਹੀਂ ਹੁੰਦੇ ਹੋ, ਸੰਸਾਰ ਦੇ ਚੇਤੇ ਤੋਂ ਮੁਕਤ ਨਹੀਂ ਹੁੰਦੇ ਹੋ। ਅਤੇ ਸੰਸਾਰ ਦੇ ਚੇਤੇ ਤੋਂ ਮੁਕਤ ਹੋਣ ਵਾਸਤੇ ਕੁਛ ਕਰਨ ਦੀ ਲੋੜ ਨਹੀਂ ਹੈ। ਮੁਕਤ ਹੋਣ ਵਾਸਤੇ ਕੁਛ ਕਰਨ ਦੀ ਲੋੜ ਨਹੀਂ ਹੈ ਚੇਤੇ ਤੋਂ। ਸੰਸਾਰ ਨੂੰ ਯਾਦ ਕਰਨ ਵਾਸਤੇ ਕੁਛ ਕਰਨ ਦੀ ਲੋੜ ਹੈ। ਇਉਂ ਕਹਿ ਲਈਏ ਵੀ ਸੰਸਾਰ ਵਿੱਚ ਕੁਛ ਪਾਉਣ ਵਾਸਤੇ ਕੁਛ ਕਰਨ ਦੀ ਲੋੜ ਹੈ। ਧਨ ਪਾਉਣ ਵਾਸਤੇ ਬਹੁਤ ਕੁਛ ਕਰਨਾ ਪਵੇਗਾ।
ਹੁਣ ਤੁਹਾਨੂੰ ਤਿਆਗਣ ਵਾਸਤੇ ਕੁਝ ਕਰਨ ਦੀ ਲੋੜ ਥੋੜ੍ਹੀ। ਇੱਦਾਂ ਹੀ ਸੰਸਾਰ ਹੈ। ਸੰਸਾਰ ਕੂੜ ਹੈ, ਅਸੱਤ ਹੈ, ਕਚਰਾ ਹੈ, ਵਿਅਰਥ ਹੈ। ਜਿਹਨੇ ਜਾਣ ਲਿਆ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਪਵੇਗੀ ਉਹਨੂੰ ਛੱਡਣ ਵਾਸਤੇ। ਜਾਣ ਲਿਆ ਵਿਅਰਥ ਤੇ ਛੁੱਟ ਗਿਆ, ਤੇ ਵਿਅਰਥ ਛੁੱਟ ਗਿਆ ਤੇ ਸਾਰਥਕ ਤੁਹਾਡੇ ਅੰਦਰ ਮੌਜੂਦ ਹੀ। ਕਚਰਾ ਹਟ ਗਿਆ ਤੋ ਹੀਰਾ ਤੁਹਾਡੇ ਅੰਦਰ ਮੌਜੂਦ ਹੀ ਹੈ। ਤੇ ਇਹੋ ਹੀ ਮੈਂ ਕਹਿੰਦਾ ਹਾਂ ਵੀ ਕੁਛ ਨਹੀਂ ਕਰਨਾ। ਬਾਬੇ ਨਾਨਕ ਨੇ ਕਿਹਾ ਸੀ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਉਹ ਵੀ ਕੁਛ ਕਰਨਾ ਥੋੜ੍ਹੀ ਕਿਹਾ ਉਹਨਾਂ ਨੇ, ਵੀ ਰਜਾ ਦੇ ਵਿੱਚ ਚੱਲਣਾ। ਇਹੋ ਮੈਂ ਕਹਿੰਦਾ ਵੀ ਕੁਛ ਵੀ ਨਹੀਂ ਕਰਨਾ। ਬਸ ਕਰਤਾ ਭਾਵ ਨੂੰ ਹਟਾ ਦੇਣਾ। ਨਾ ਹਮ ਕੀਆ न करेंगे, ना कर सके सरी, क्या जानो कश हर किया, पयो कबीर कबीर। ਕਰਨਾ ਨਹੀਂ ਹੈ ਕੁਝ ਵੀ, ਬਸ ਨਾ ਕਰਨ ਦੇ ਵਿੱਚ ਠਹਿਰ ਜਾਣਾ ਹੈ।